ਕਿੰਨੇ ਕਿਸਾਨਾਂ ਨੂੰ ਜੁਰਮਾਨਾ ਕਰ ਸਕਦੀ। ਜਿਹੜੇ ਕਿਸਾਨ ਕਰਜ਼ੇ ਦੀ ਕਿਸ਼ਤ ਨਹੀਂ ਭਰ ਸਕਦੇ ਉਹ ਕਰੋੜ ਰੁਪਇਆ ਜੁਰਮਾਨਾ ਕਿੱਥੋਂ ਭਰਨਗੇ। ਪੋਲੂਸ਼ਨ ਦਾ ਸਿਰਫ 14% ਖੇਤੀ 'ਚ ਹੁੰਦਾ ਹੈ, ਬਾਕੀ ਦਾ 86% ਇੰਡਸਟਰੀ ਕਰਕੇ ਹੋ ਰਿਹਾ ਹੈ। ਵੱਡੇ ਇੰਡਸਟਰੀਲਿਸਟਾਂ ਨੂੰ ਹੱਥ ਪਾਉਣ ਦੀ ਕਿਸੇ ਦੀ ਹਿੰਮਤ ਨਹੀਂ। 26 ਨਵੰਬਰ ਨੂੰ ਸਾਡੇ ਸਮਰਥਨ ਦੇ ਵਿੱਚ ਦੇਸ਼ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਮਜ਼ਦੂਰ ਤੇ ਕਿਸਾਨਾਂ ਦੀ ਜੁੜੀ ਹੋਈ ਤਾਕਤ ਮੋਦੀ ਨੂੰ ਉਹਦੀ ਔਕਾਤ ਦਿਖਾ ਦੂਗੀ। D5 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਕਿਸਾਨਾਂ ਦੇ ਵਿੱਚ, ਇਹਨਾਂ ਦਾ ਦੁੱਖ ਦਰਦ ਸੁਣਨ ਵਾਲੀ, ਤੇ ਸਰਕਾਰ ਕਾਫੀ ਸਖਤ ਹੁੰਦੀ ਨਜ਼ਰ ਆ ਰਹੀ ਹੈ ਪਰਾਲੀ ਦੇ ਧੂਏ ਨੂੰ ਲੈ ਕੇ। ਅੱਜ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਵੀ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਾਉਣ ਨੂੰ ਤਿਆਰ ਹੋ ਰਹੀ ਹੈ ਕੇਂਦਰ ਸਰਕਾਰ, 5 ਸਾਲ ਦੀ ਸਜ਼ਾ ਸੁਣਾਉਣ ਨੂੰ ਤਿਆਰ ਹੋ ਰਹੀ ਹੈ ਇਸ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਓ। ਇਹਨਾਂ ਦੀ ਵੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣਾ, ਹੋਰ ਇਹ ਕੀ ਕਰਨ, ਉਸ ਪਰਾਲੀ ਦਾ ਕੀ ਕਰਨ। ਅਸੀਂ ਕਿਸਾਨਾਂ ਨੂੰ ਪੁੱਛਾਂਗੇ ਕੀ ਕਰਨਾ ਤੁਸੀਂ ਇਸ ਪਰਾਲੀ ਦਾ। ਜਿਸ ਤਰ੍ਹਾਂ ਜੀ ਕੇਂਦਰ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ, 1 ਕਰੋੜ ਰੁਪਈਆ ਜੁਰਮਾਨਾ ਵੀ ਰੱਖਿਆ ਹੈਗਾ, 5 ਸਾਲ ਦੀ ਸਜ਼ਾ ਵੀ ਕਹਿ ਰਹੇ ਨੇ। ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ? ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਵੀ ਉਹ ਪਰਾਲੀ ਨੂੰ ਅੱਗ ਲਾਉਣ। ਨਾ ਹੀ ਕਿਸਾਨ ਕੋਈ ਵਾਤਾਵਰਨ ਦੇ ਦੁਸ਼ਮਣ ਹੈ। ਕਿਸਾਨ ਵੀ ਚਾਹੁੰਦੇ ਆ ਵਾਤਾਵਰਨ ਸਾਫ਼ ਰਹੇ, ਕਿਉਂਕਿ ਕਿਸਾਨ ਇਸ ਧਰਤੀ 'ਤੇ ਆਪਦੇ ਪਰਿਵਾਰਾਂ ਸਮੇਤ ਰਹਿੰਦੇ ਨੇ। ਬਿਮਾਰੀਆਂ ਲੱਗਦੀਆਂ ਨੇ ਤਾਂ ਸਭ ਤੋਂ ਨੇੜੇ ਅੱਗ ਲੱਗਣ ਵਾਲੀਆਂ ਥਾਵਾਂ 'ਤੇ ਕਿਸਾਨ ਖੁਦ ਹੁੰਦੇ ਨੇ। ਇੱਥੇ ਅਜੇ ਤੱਕ ਜਾਣੀ ਇਸ ਕਿਸਮ ਦਾ ਕੋਈ ਸੰਕਟ ਨਹੀਂ। ਦਿੱਲੀ ਪਹਿਲਾਂ ਹੀ ਉਹ ਕਹੀ ਜਾਂਦੇ ਨੇ ਕਿ ਮਤਲਬ ਪ੍ਰਦੂਸ਼ਣ ਹੋ ਗਿਆ ਜੀ ਕਿਉਂਕਿ ਪੰਜਾਬ ਨੂੰ ਪਰਾਲੀ ਦੀ ਅੱਗ ਲੱਗੀ ਹੈ। ਸਾਨੂੰ ਤਾਂ ਸਮਝ ਨਹੀਂ ਆਉਂਦਾ ਕਿ ਪੰਜਾਬ ਦਾ ਧੂੰਆਂ ਕਿਹੜਾ ਇਹੋ ਜਿਹਾ ਜਾਣੀ ਮਤਲਬ ਮੰਨ ਲਓ ਰਾਕਟ ਹੈ ਜਿਹਦੇ 'ਤੇ ਸਿੱਧਾ ਦਿੱਲੀ ਜਾ ਕੇ ਖੁੱਲ੍ਹਦਾ ਹੈ। ਦੂਜੀ ਗੱਲ ਹੈ ਸਰਕਾਰ ਦੀ ਸਖਤੀ ਦੀ। ਸਰਕਾਰ ਦੇ ਇਕੱਲੇ ਅਧਿਕਾਰ ਨਹੀਂ ਹੁੰਦੇ, ਫਰਜ਼ ਵੀ ਹੁੰਦੇ ਨੇ। ਸਰਕਾਰ ਦੇ ਫਰਜ਼ ਇਹ ਨੇ ਕਿ ਉਹ ਕਿਸਾਨਾਂ ਦੀ ਗੱਲ ਸੁਣੇ, ਕਿਸਾਨਾਂ ਦੀ ਮਦਦਗਾਰ ਸਾਬਤ ਹੋਵੇ। ਅਮਰੀਕਾ ਦੇ ਵਿੱਚ ਇੱਕ ਕਿਸਾਨ ਨੂੰ 44 ਲੱਖ ਰੁਪਇਆ ਸਾਲ 'ਚ ਸਾਡੀ ਕਰੰਸੀ 'ਚ ਸਬਸਿਡੀ ਮਿਲਦੀ ਹੈ ਤਾਂ ਕਿ ਉਹ ਖੇਤੀ 'ਚ ਟਿਕਿਆ ਰਹੇ। ਸਾਡੀ ਸਰਕਾਰ ਆਨੇ ਬਹਾਨੇ ਕਿਸਾਨਾਂ ਨੂੰ ਉਜਾੜਨ 'ਤੇ ਲੱਗੀ ਹੈ, ਚਾਹੇ ਤਾਂ ਉਹ 3 ਖੇਤੀ ਕਾਨੂੰਨ ਹੋਣ, ਚਾਹੇ ਹੁਣ ਇਹ ਪਰਾਲੀ ਵਾਲਾ ਫਰਮਾਨ ਹੋਵੇ। ਇਹ ਫਰਮਾਨ ਧੱਕੇ ਨਾਲ ਦੇਸ਼ ਦੇ ਵਿੱਚ ਕਿਤੇ ਲਾਗੂ ਨਹੀਂ ਹੁੰਦਾ। ਕਰੋੜਾਂ ਕਿਸਾਨਾਂ ਨੂੰ ਡੰਡੇ ਨਾਲ ਹੱਕਿਆ ਨਹੀਂ ਜਾ ਸਕਦਾ। ਉਹ ਇਨਸਾਨ ਨੇ, ਸਰਕਾਰ ਉਹਨਾਂ ਦੀ ਸਮੱਸਿਆ ਸੁਣੇ। ਕਿਸਾਨ ਬਾਰ-ਬਾਰ ਕਹਿੰਦੇ ਨੇ ਕਿ ਤੁਸੀਂ ਪਰਾਲੀ ਨੂੰ ਸਮੇਟਣ ਲਈ ਸਾਡੀ ਮਦਦ ਕਰੋ, ਚਾਹੇ ਤੁਸੀਂ ਸਾਨੂੰ ਪੈਸੇ ਦਿਓ, ਕਿਉਂਕਿ ਆਪਾਂ ਜਾਣਦੇ ਹਾਂ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ। ਉਹ ਪਰਾਲੀ ਬਹੁਤ ਵੱਡੀ ਮਾਤਰਾ 'ਚ ਹੈ, 2 ਕਰੋੜ ਟਨ ਤੋਂ ਜ਼ਿਆਦਾ ਪਰਾਲੀ ਪੰਜਾਬ 'ਚ ਪੈਦਾ ਹੁੰਦੀ ਹੈ। ਇਸ ਕਰਕੇ ਸਰਕਾਰ ਜਦ ਤੱਕ 2.5 ਰੁਪਇਆ ਕਿਸਾਨਾਂ ਨੇ ਮੰਗਿਆ ਜਾਂ 200 ਰੁਪਇਆ ਕੁਆਂਟਲ ਕਿਸਾਨਾਂ ਨੇ ਮੰਗਿਆ ਸਹਿਯੋਗ ਮਤਲਬ ਮੰਨ ਲਓ ਸਬਸਿਡੀ ਦੇ ਤੌਰ 'ਤੇ ਕਿ ਸਾਨੂੰ ਪੈਸਾ ਦਿੱਤਾ ਜਾਵੇ, ਜਾਂ ਉਸ ਤੋਂ ਵੀ ਸਸਤਾ ਜਾਣੀ ਇੱਕ ਤਰੀਕਾ ਅਸੀਂ ਤਜਵੀਜ਼ ਕੀਤਾ ਕਿ ਮਨਰੇਗਾ ਮਜ਼ਦੂਰਾਂ ਨੂੰ ਇਹ ਕੰਮ ਦੇ ਦਿਓ ਕਿ ਉਹਨਾਂ ਨੂੰ ਕੰਮ ਮਿਲੇ, ਨਾਲੇ ਪਰਾਲੀ ਇਕੱਠੀ ਹੋ ਜੇ। ਉਸ ਇਕੱਠੀ ਹੋਈ ਪਰਾਲੀ ਨੂੰ ਕਾਗਜ਼ ਬਣਾਉਣ ਲਈ, ਕਾਰਖਾਨਿਆਂ 'ਚ ਬਾਲਣ ਲਈ, ਥਰਮਲ ਪਲਾਂਟ ਚਲਾਉਣ ਲਈ ਕਿਤੇ ਵਰਤੋ। ਪਰ ਇਸ ਪਾਸੇ ਤੁਰਨ ਦੀ ਥਾਂ ਸਰਕਾਰ ਇਕੱਲਾ ਸਖਤੀ ਦੇ ਰੌਚ ਹੈ। ਅਸੀਂ ਜੁਰਮਾਨਾ ਕਰ ਦਿਆਂਗੇ, ਅਸੀਂ ਸਜ਼ਾ ਕਰ ਦਿਆਂਗੇ। ਉਹ ਕਿੰਨੇ ਕਿਸਾਨਾਂ ਨੂੰ ਸਜ਼ਾ ਕਰ ਸਕਦੀ ਹੈ, ਕਿੰਨੇ ਕਿਸਾਨਾਂ ਨੂੰ ਜੁਰਮਾਨਾ ਕਰ ਸਕਦੀ? ਜਿਹੜੇ ਕਿਸਾਨ ਕਰਜ਼ੇ ਦੀ ਕਿਸ਼ਤ ਨਹੀਂ ਭਰ ਸਕਦੇ ਉਹ ਕਰੋੜ ਰੁਪਇਆ ਜੁਰਮਾਨਾ ਕਿੱਥੋਂ ਭਰਨਗੇ? ਇੰਡਸਟਰੀ 'ਚ ਜਿਨ੍ਹਾਂ ਨੇ ਖਰਬਾਂ ਰੁਪਇਆ ਕਮਾ ਲਿਆ, ਜ਼ਿੰਮੇਵਾਰੀ ਉਹਦੀ ਹੈ। ਪੋਲੂਸ਼ਨ ਦਾ ਸਿਰਫ 14% ਖੇਤੀ 'ਚ ਹੁੰਦਾ ਹੈ, ਬਾਕੀ ਦਾ 86% ਇੰਡਸਟਰੀ ਕਰਕੇ ਹੋ ਰਿਹਾ ਹੈ। ਵੱਡੇ ਇੰਡਸਟਰੀਲਿਸਟਾਂ ਨੂੰ ਹੱਥ ਪਾਉਣ ਦੀ ਕਿਸੇ ਦੀ ਹਿੰਮਤ ਨਹੀਂ। ਗਰੀਬ ਬੰਦੇ ਤੇ ਗਰੀਬ ਛੋਟੇ ਕਿਸਾਨਾਂ 'ਤੇ ਜ਼ੋਰ ਚੱਲਦਾ ਹੈ, ਪਰ ਜਥੇਬੰਦ ਹੋਈ ਕਿਸਾਨ ਤਾਕਤ ਇਸ ਗੱਲ ਦਾ ਠੋਕ ਕੇ ਜਵਾਬ ਦੇਊਗੀ ਕਿ ਤੁਸੀਂ ਬੰਦੇ ਦੇ ਪੁੱਤ ਬਣ ਕੇ ਸਰਕਾਰ ਆਪ ਦਾ ਕੰਮ ਕਰੇ। ਕੱਲੀ ਸਖਤੀ ਕਰਕੇ ਦਬਕੇ ਮਾਰ ਕੇ ਉਹ ਲੋਕਾਂ ਨੂੰ ਜਾਣੀ ਮਤਲਬ ਆਪਦੀਆਂ ਗੱਲਾਂ ਨਹੀਂ ਮਨਵਾ ਸਕਦੀ। ਇਹੀ ਇਹਦੇ 'ਤੇ ਅਸੀਂ ਕਹਿਣਾ ਚਾਹੁੰਦੇ ਹਾਂ। ਜਿਸ ਤਰ੍ਹਾਂ 5 ਤਰੀਕ ਨੂੰ ਚੱਕਾ ਜਾਮ ਦੀ ਗੱਲ ਵੀ ਕਹੀ ਜਾ ਰਹੀ ਹੈ ਕਿਸਾਨਾਂ ਵੱਲੋਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਚੱਕਾ ਜਾਮ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਕਰਨ 'ਤੇ ਅਸੀਂ ਮਜਬੂਰ ਹਾਂ। ਪੰਜਾਬ ਨੂੰ ਇੱਕ ਕਿਸਮ ਦਾ, ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਨੂੰ ਕੱਲ੍ਹ ਤੱਕ ਦੇਸ਼ ਦੇ ਅੰਨਦਾਤੇ ਕਿਹਾ ਜਾਂਦਾ ਸੀ, ਅੱਜ ਸਰਕਾਰ ਗੁੱਠੇ ਲਾਉਣ 'ਤੇ ਤੁਰੀ ਹੈ। ਕਦੇ ਉਸ ਸੀਜ਼ਨ ਜਦੋਂ ਅਸੀਂ ਕਣਕ ਬੀਜਣੀ ਹੈ ਉਦੋਂ ਜਾਣੀ ਮਤਲਬ ਬਿਜਲੀ ਦੇ ਕੱਟ ਲਾਓ, ਕੋਲੇ ਦੀਆਂ ਗੱਡੀਆਂ ਬੰਦ ਕਰ ਦਿਓ, ਖਾਦ ਨਾ ਪਹੁੰਚਾਓ, ਇੱਥੋਂ ਦਾ ਜਾਣੀ ਸਮਾਨ ਨਾ ਚੱਕੋ ਤਾਂ ਕਿ ਇੱਥੋਂ ਅਨਾਜ ਕਣਕ ਜਾਂ ਚੌਲ ਲਿਜਾ ਕੇ ਗੋਦਾਮ ਖਾਲੀ ਕਰਨੇ ਆ, ਨਵੀਂ ਫਸਲ ਰੱਖਣੀ ਹੈ। ਕਿਸਾਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਰੇਲਵੇ ਦਾ ਭੋਰਾ ਭਰ ਨੁਕਸਾਨ ਨਹੀਂ ਕੀਤਾ, ਪਰ ਕੇਂਦਰੀ ਰੇਲ ਮੰਤਰੀ ਕਹਿ ਰਿਹਾ ਪੰਜਾਬ ਸਰਕਾਰ ਗਰੰਟੀ ਕਰੇ ਕਿ ਰੇਲਵੇ ਦਾ ਕੋਈ ਨੁਕਸਾਨ ਜਾਂ ਰੇਲਵੇ ਮੁਲਾਜ਼ਮਾਂ ਦਾ ਕੋਈ ਨੁਕਸਾਨ ਨਹੀਂ ਹੋਊ। ਕੋਈ ਉਹ ਮੂਰਖ ਨੂੰ ਪੁੱਛੇ ਕਿ ਅੱਜ ਤੱਕ ਇੱਕ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਕਿਸੇ ਨੇ?
ਕਿਸੇ ਦੇ ਡੰਡਾ ਵੀ ਮਾਰਿਆ ਮੁਲਾਜ਼ਮਾਂ ਨੇ, ਕਿਸੇ ਦੇ ਥੱਪੜ ਵੀ ਉਗਰਿਆ ਕਿਸੇ ਨੇ। ਕੋਈ ਰੇਲਵੇ ਦੇ ਮੁਲਾਜ਼ਮਾਂ ਨੂੰ ਦਿੱਕਤ ਨਹੀਂ, ਕੋਈ ਰੇਲਵੇ ਦਾ ਨੁਕਸਾਨ ਨਹੀਂ। ਇਹ ਸਿਰਫ ਜਣੀ ਮਤਲਬ ਮੰਨ ਲਓ ਜਿਹੜੀਆਂ ਇਸ ਕਿਸਮ ਦੀਆਂ ਚਾਲਾਂ ਨੇ, ਇਹਨਾਂ ਦੇ ਖਿਲਾਫ ਅੱਜ ਦੇਸ਼ ਭਰ ਦੇ ਕਿਸਾਨ ਰਲ ਕੇ ਮੋਦੀ ਸਰਕਾਰ ਦਾ ਜਿਹੜਾ ਖੇਤੀ ਨੂੰ ਉਜਾੜਨ ਦਾ ਤੇ ਕਾਰਪੋਰੇਟ ਕੰਪਨੀਆਂ ਦੇ ਹੱਥਾਂ 'ਚ ਦੇਣ ਦੀ ਇਹ ਕੋਸ਼ਿਸ਼ ਹੈ, ਇਹਦੇ ਖਿਲਾਫ 5 ਤਰੀਕ ਨੂੰ ਆਪਦੀ ਤਾਕਤ ਦਿਖਾਉਣਗੇ। ਦੇਸ਼ ਭਰ ਦੇ ਵਿੱਚ ਚੱਕਾ ਜਾਮ ਕਰਨਗੇ 12 ਵਜੇ ਤੋਂ ਲੈ ਕੇ 4 ਵਜੇ ਤੱਕ। ਇਹ ਇੱਕ ਪ੍ਰੋਟੈਸਟ ਹੈ ਸਿੰਬੋਲਿਕ। ਇਸ ਤੋਂ ਬਾਅਦ ਜੇ ਸਰਕਾਰ ਨਹੀਂ ਸਮਝਦੀ ਤਾਂ 26 ਤੇ 27 ਨਵੰਬਰ ਨੂੰ ਦਿੱਲੀ ਨੂੰ ਚਾਲੇ ਪਾਏ ਜਾਣਗੇ। 26 ਨਵੰਬਰ ਨੂੰ ਸਾਡੇ ਸਮਰਥਨ ਦੇ ਵਿੱਚ ਦੇਸ਼ ਦੀਆਂ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਮਜ਼ਦੂਰ ਤੇ ਕਿਸਾਨਾਂ ਦੀ ਜੁੜੀ ਹੋਈ ਤਾਕਤ ਮੋਦੀ ਨੂੰ ਉਹਦੀ ਔਕਾਤ ਦਿਖਾ ਦੂਗੀ। ਜਿਸ ਤਰ੍ਹਾਂ ਸਾਡੇ ਨਾਲ ਹੋਰ ਵੀ ਆਗੂ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ। ਜਿਸ ਤਰ੍ਹਾਂ ਜੀ ਕਿਸਾਨ ਮੋਰਚਿਆਂ ਤੇ ਡਟੇ ਹੋਏ ਨੇ, ਰੇਲਵੇ ਸਟੇਸ਼ਨਾਂ ਤੇ DC ਦਫ਼ਤਰਾਂ ਦੇ ਘਿਰਾਓ ਕੀਤੇ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਪਿਛਲੇ ਦਿਨਾਂ ਤੋਂ ਦੇਖਿਆ ਲਗਭਗ ਅੱਜ 29ਵਾਂ ਦਿਨ ਹੈ ਜਿਹੜੇ ਕਿਸਾਨ ਧਰਨੇ ਦੇ ਬੈਠੇ ਆ, ਸਮੁੱਚੇ ਪੰਜਾਬ ਦੇ ਵਿੱਚ ਬੈਠੇ ਆ। ਇੱਥੋਂ ਤਾਂ ਬੜੀ ਹੀ ਤਰਸਯੋਗ ਜਿਹੜੀ ਹਾਲਤ ਹੈ ਪੰਜਾਬ ਦੀ, ਕੇਂਦਰ ਸਰਕਾਰ ਨੇ ਬਣਾਈ ਹੈ। ਇਹੋ ਜਿਹੇ ਕਾਲੇ ਕਾਨੂੰਨ ਲੈ ਕੇ ਆਈ ਹੈ, ਇਹੋ ਜਿਹੇ ਲੋਕ ਵਿਰੋਧੀ ਕਾਨੂੰਨ ਲੈ ਕੇ ਆਈ ਹੈ ਜਿਹੜੇ ਕਾਰਪੋਰੇਟਿਵ ਸੈਕਟਰ ਦੇ ਹੱਕ ਦੇ ਵਿੱਚ ਭੁਗਤਦੇ ਨੇ। ਇਸ ਕਰਕੇ ਅਸੀਂ ਤਾਂ ਇਹੀ ਸਲਾਹ ਦੇਣੀ ਚਾਹਾਂਗੇ, ਅਸੀਂ ਜਿਹੜੀਆਂ ਇੱਥੇ ਮਾਨਸਾ ਦੇ ਵਿੱਚ ਜੇ ਮੈਂ ਕਹਾਂ ਤਾਂ ਅਸੀਂ ਵਪਾਰਕ ਜਿਹੜੇ ਅਦਾਰੇ ਹੈ ਉਹ ਵੀ, ਆੜ੍ਹਤੀਆ ਵਰਗ ਵੀ ਹੈ, ਵਪਾਰੀ ਵਰਗ ਵੀ ਹੈ, ਪੈਸਟੀਸਾਈਡ ਵਾਲੇ ਆ, ਔਰ ਮੈਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਇਹਨਾਂ ਦਾ ਸਮਰਥਨ ਜਿਹੜਾ ਕਿਸਾਨ ਜਥੇਬੰਦੀਆਂ ਦਾ ਕੀਤਾ। ਕਿਉਂ ਕੀਤਾ? ਕਿਉਂਕਿ ਸਿਰਫ ਇਹ ਜਿਹੜਾ ਮਾਮਲਾ ਹੈ ਕਿਸਾਨਾਂ ਨਾਲ ਹੀ ਨਹੀਂ ਜੁੜਿਆ ਹੋਇਆ, ਇਹ ਸਮੁੱਚੇ ਜਿਹੜੇ ਹੈਗੇ ਆ ਵਰਗ ਨਾਲ ਜੁੜਿਆ ਹੋਇਆ। ਕਿਉਂਕਿ ਜਿਹੜੇ ਛੋਟੇ ਕਾਰੋਬਾਰੀ ਹੈ, ਛੋਟੇ ਆੜ੍ਹਤੀ ਹੈ, ਛੋਟੇ ਵਪਾਰੀ ਹੈ, ਜੇ ਕਿਸਾਨ ਹੀ ਨਹੀਂ ਰਿਹਾ, ਜੇ ਕਿਸਾਨ ਜਿਹੜੀ ਹੈ ਉਹ ਪੰਜਾਬ ਦੀ, ਹਿੰਦੁਸਤਾਨ ਦੀ ਜਿਹੜੀ ਹੈ ਰੀੜ੍ਹ ਦੀ ਹੱਡੀ ਹੈ, ਜੇ ਇਹੀ ਨਾ ਰਿਹਾ ਤਾਂ ਦੂਸਰੇ ਜਿਹੜੇ ਵਰਗ ਹੈ ਉਹ ਪ੍ਰਭਾਵਿਤ ਹੋਣਗੇ। ਅਸੀਂ ਵੀ ਇਹਨਾਂ ਦੀ ਪਿੱਠ ਤੇ ਆਏ ਹਾਂ। ਪਿਛਲੇ ਦਿਨੀ ਸਰਕਾਰ ਨੇ ਤਰ੍ਹਾਂ ਦੀਆਂ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜਿਹੜਾ ਹੈਗਾ ਵੀ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਦੀ ਜਿਹੜੀ ਇਹ ਗੱਲ ਕਰ ਰਹੇ ਨੇ, ਮੈਂ ਸਮਝਦਾ ਇਹ ਕਿਸਾਨ ਬਿਲਕੁਲ ਨਹੀਂ ਡਰਨਗੇ। ਜੋ ਅਸੀਂ ਇਹਨਾਂ ਦਾ ਜੁੱਸਾ ਵੇਖਿਆ, ਇਹਨਾਂ ਦੀਆਂ ਜਥੇਬੰਦੀਆਂ ਨਾਲ ਮਿਲਦੇ ਰਹਿੰਦੇ ਆ, ਮਤਲਬ ਜੋ ਇਹਨਾਂ ਦਾ ਜੁੱਸਾ ਦੇਖਿਆ ਉਹ ਜੁੱਸਾ ਬੜਾ ਹੀ ਮਤਲਬ ਬੁਲੰਦ ਆਵਾਜ਼ ਦੇ ਵਿੱਚ ਹੈਗਾ। ਇੱਥੇ ਮਜ਼ਦੂਰ ਵੀ ਜੁੜੇ ਆ, ਕਿਸਾਨ ਵੀ ਜੁੜਿਆ, ਛੋਟਾ ਕਾਰੋਬਾਰੀ ਜੁੜਿਆ, ਔਰ ਔਰਤਾਂ ਦਾ ਅੱਜ ਬਹੁਤ ਵੱਡਾ ਇਕੱਠ ਇੱਥੇ ਔਰਤਾਂ ਦਾ ਅਸੀਂ ਵੇਖਿਆ। ਜੋ ਪਿਛਲੇ ਸਮੇਂ ਦੇ ਵਿੱਚ ਦੇਖਿਆ ਸੀ ਯੂਪੀ ਦੇ ਵਿੱਚ ਮਨੀਸ਼ਾ ਵਰਗੇ ਜਿਹੜੇ ਹੈਗੇ ਆ ਇੱਥੇ ਬਲਾਤਕਾਰ ਕਾਂਡ ਹੋਏ ਆ ਔਰ ਉਹਨਾਂ ਦਾ ਕਤਲ ਹੋਇਆ। ਹੋਰ ਹਰਿਆਣੇ ਦੇ ਵਿੱਚ ਵੀ ਥਾਂ ਦੇ ਉੱਤੇ ਜਿਹੜਾ ਔਰਤਾਂ ਦੇ ਉੱਤੇ ਵਧੀਕੀਆਂ ਹੋ ਰਹੀਆਂ ਨੇ, ਉਹਨਾਂ ਵਧੀਕੀਆਂ ਦੇ ਖਿਲਾਫ ਜੋ ਲੋਕ ਰੋਹ ਮਤਲਬ ਇੱਥੇ ਵੱਧ ਰਿਹਾ ਦਿਨੋਂ ਦਿਨੀ। ਮੈਂ ਸਮਝਦਾ ਇਹ ਤੋਂ ਸਰਕਾਰ ਨੂੰ ਸਿੱਖਣਾ ਚਾਹੀਦਾ। ਪੰਜਾਬ ਨੂੰ ਪੰਜਾਬ ਹੀ ਸਰਕਾਰ ਜਿਹੜੀ ਹੈ ਰਹਿਣ ਦੇਵੇ, ਨਹੀਂ ਇੱਥੇ ਕਿਸਾਨਾਂ ਦਾ ਹੀ ਇਹ ਸੰਘਰਸ਼ ਨਹੀਂ ਰਿਹਾ, ਹੁਣ ਇਹਦੇ 'ਚ ਸਮੁੱਚੇ ਵਰਗ ਦਾ ਇਹ ਸੰਘਰਸ਼ ਬਣ ਗਿਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰੋਹ ਨੇ ਹੋਰ ਜ਼ਿਆਦਾ ਭੜਕਣਾ ਹੈ। ਜਿੱਦਾਂ 5 ਤਰੀਕ ਦੀਆਂ ਤਿਆਰੀਆਂ ਨੇ ਜਿਹੜੀਆਂ, ਉਹ ਸਾਡੇ ਵੀ ਜਿਹੜੇ ਵਪਾਰਕ ਅਦਾਰੇ ਹੈ ਉਹ ਵੀ ਨਾਲ ਖੜਨਗੇ, ਜਾਣਗੇ। ਤੇ ਅੱਗੋਂ ਜਿਹੜਾ 26 ਤੇ 27 ਵਾਲਾ ਬੰਦ ਦਾ ਜਿਹੜਾ ਸੱਦਾ ਹੈ, ਉਸ ਸੱਦੇ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਵਪਾਰਕ ਸੰਸਥਾਵਾਂ ਨੇ, ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਹੈ, ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ 29ਵਾਂ ਦਿਨ ਹੈ ਅੱਜ ਸਾਡਾ, ਔਰ ਹਰ ਧਰਨੇ ਦੇ ਵਿੱਚ ਜਿਹੜੀਆਂ ਅਸੀਂ ਮੁਫਤ ਸਿਹਤ ਸੇਵਾਵਾਂ ਦੇ ਰਹੇ ਹਾਂ। ਔਰ ਇਸੇ ਹੀ ਤਰ੍ਹਾਂ ਅੱਗੋਂ ਜਿਸ ਤਰ੍ਹਾਂ ਦੀ ਵੀ ਲੋੜ ਪੈਂਦੀ ਹੈ, ਤਨ ਮਨ ਤੇ ਧਨ ਦੇ ਨਾਲ ਜਿਹੜੀਆਂ ਵਪਾਰਕ ਸੰਸਥਾਵਾਂ ਨੇ ਇਸ ਐਜੀਟੇਸ਼ਨ ਦੇ ਵਿੱਚ ਕੁੱਦਣਗੀਆਂ, ਇਸ ਐਜੀਟੇਸ਼ਨ ਦੇ ਵਿੱਚ ਖੜਨਗੀਆਂ, ਔਰ ਉਦੋਂ ਤੱਕ ਲੜਾਈ ਲੜਨਗੀਆਂ ਜਦੋਂ ਤੱਕ ਲੜਨ ਦੀ ਲੋੜ ਹੈ। ਔਰ ਮੈਂ ਕੇਂਦਰ ਸਰਕਾਰ ਨੂੰ ਨਿੱਜੀ ਤੌਰ ਦੇ ਉੱਤੇ ਇਹ ਸਲਾਹ ਦੇਣੀ ਚਾਹੂੰਗਾ ਕਿ ਪੰਜਾਬ ਨੂੰ ਪੰਜਾਬ ਰਹਿਣ ਦੇਵੇ। ਇੱਥੇ ਸ਼ਾਂਤੀ ਨਾਲ ਲੋਕ ਵੱਸਦੇ ਆ, ਕਿਸੇ ਤਰ੍ਹਾਂ ਦਾ ਜਿਹੜੀ ਦਹਿਸ਼ਤ ਦਾ ਮਾਹੌਲ ਇੱਥੇ ਨਾ ਬਣਵਾਵੇ। ਜਿਹੜੇ ਰਾਜੇ ਹੁੰਦੇ ਆ, ਜਿਹੜੇ ਪ੍ਰਧਾਨ ਮੰਤਰੀ ਹੁੰਦੇ ਆ, ਜਿਹੜੇ ਸ਼ਾਸਕ ਹੁੰਦੇ ਆ, ਉਹ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਆ। ਉਹਨਾਂ ਦੇ ਵਿਰੋਧ ਦੇ ਵਿੱਚ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਪੰਜਾਬ ਦਾ ਇੱਕ ਵਿਰਸਾ ਰਿਹਾ ਹੈ। ਇੱਥੋਂ ਦੇ ਲੋਕ ਜਿਹੜੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਇੱਥੋਂ ਦੇ ਲੋਕਾਂ ਦਾ, ਇਹ ਲੋਕ ਦਹਿਸ਼ਤ ਦੇ ਵਿੱਚ ਬਿਲਕੁਲ ਨਹੀਂ ਜਿਉ ਸਕਣਗੇ। ਇਹ ਆਪਣੀ ਆਵਾਜ਼ ਨੂੰ ਹੋਰ ਉੱਚੀ ਬੁਲੰਦ ਕਰਨਗੇ। ਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਮਿਲ ਬੈਠ ਕੇ ਇਹਨਾਂ ਸੰਸਥਾਵਾਂ ਦੇ ਨਾਲ, ਇਹਨਾਂ ਜਥੇਬੰਦੀਆਂ ਦੇ ਨਾਲ ਮਿਲ ਬੈਠ ਕੇ ਜਿਹੜੀ ਹੈ ਗੱਲਬਾਤ ਕਰੇ ਤੇ ਇਹਦਾ ਕੋਈ ਫੌਰੀ ਜਿਹੜਾ ਹੱਲ ਉਹ ਕੱਢਣਾ ਚਾਹੀਦਾ। ਸਾਡੇ ਨਾਲ ਇਸਤਰੀ ਆਗੂ ਵੀ ਨੇ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਹਾਂ, ਕੀ ਕਹਿਣਾ? ਉਹ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਨੇਗੇ, ਜਿਸ ਤਰ੍ਹਾਂ ਹੀ ਤੁਸੀਂ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ। ਸਰਕਾਰ ਵੱਡੇ ਫਰਮਾਨ ਸੁਣਾ ਰਹੀ ਹੈ, 1 ਕਰੋੜ ਰੁਪਏ ਦਾ ਕਿਸਾਨਾਂ ਨੂੰ ਜੁਰਮਾਨਾ ਲਾਉਣ ਦੀ ਗੱਲ ਕਹੀ ਜਾ ਰਹੀ ਹੈ ਵੀ ਜੇ ਉਹ ਪਰਾਲੀ ਨੂੰ ਅੱਗ ਲਾਉਣਗੇ। ਕੀ ਕਹਿਣਾ ਚਾਹੋਗੇ ਤੁਸੀਂ? ਕਿਉਂਕਿ ਜਿਹੜੇ ਖੇਤੀ ਸੰਬੰਧੀ ਕੇਂਦਰ ਸਰਕਾਰ ਨੇ 3 ਕਾਨੂੰਨ ਬਣਾਏ ਆ, ਪੰਜਾਬ ਦੇ ਕਿਸਾਨ ਉਹਦਾ ਜ਼ਬਰਦਸਤ ਵਿਰੋਧ ਕਰ ਰਹੇ ਨੇ
ਤਾਂ ਕੇਂਦਰ ਸਰਕਾਰ ਇਹਦੇ ਖਿੱਚ ਵਿੱਚੋਂ ਹੀ ਨਵੇਂ ਨਾਦਰਸ਼ਾਹੀ ਫਰਮਾਨ ਜਾਰੀ ਕਰ ਰਹੀ ਆ। ਤਾਂ ਉਹਨਾਂ ਨੇ ਜੇ 1 ਕਰੋੜ ਰੁਪਈਆ ਜੁਰਮਾਨਾ ਜਾਂ 5 ਸਾਲ ਦੀ ਸਜ਼ਾ ਦਾ ਇਦਾਂ ਦਾ ਐਲਾਨ ਕੀਤਾ ਹੈ, ਤਾਂ ਮੈਨੂੰ ਦੱਸੋ ਜਿਹੜੇ ਕਿਸਾਨ ਕਰਜ਼ੇ ਦੀ ਮਾਰ ਥੱਲੇ ਪਹਿਲਾਂ ਹੀ ਖੁਦਕਸ਼ੀਆਂ ਕਰ ਰਹੇ, ਉਹ ਕਰੋੜ ਰੁਪਈਆ ਜੁਰਮਾਨਾ ਕਿੱਥੋਂ ਭਰ ਦੇਣਗੇ। ਦੂਜੀ ਗੱਲ, ਜੇ ਉਹ ਕਹਿੰਦੇ ਨੇ ਪੋਲਿਊਸ਼ਨ ਦੇ ਵਿੱਚ ਸਾਡੇ ਪਰਾਲੀ ਸਾੜਨ ਦਾ ਬਹੁਤ ਛੋਟਾ ਹਿੱਸਾ ਆ, ਬਹੁਤਾ ਯੋਗਦਾਨ ਜਿਹੜਾ ਆ ਉਹ ਇੰਡਸਟਰੀ ਦਾ ਆ। ਇੰਡਸਟਰੀ ਨੇ ਸਾਡੇ ਦਰਿਆ ਜਿਹੜੇ ਆ, ਸਾਡੀਆਂ ਨਹਿਰਾਂ ਜਿਹੜੀਆਂ ਨੇ ਉਹ ਪੋਲਿਊਟ ਕਰ ਦਿੱਤੀਆਂ ਨੇ, ਉਹਨਾਂ 'ਤੇ ਸਰਕਾਰਾਂ ਕੋਈ ਕਾਰਵਾਈ ਨਹੀਂ ਕਰਦੀਆਂ। ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਕਿਸਾਨ ਵੀ ਇਸ ਪੋਲਿਊਸ਼ਨ ਦੇ ਖਿਲਾਫ ਹੈ, ਪਰਾਲੀ ਸਾੜਨਾ ਉਹ ਬਿਲਕੁਲ ਨਹੀਂ ਚਾਹੁੰਦੇ। ਅਸੀਂ ਵੀ ਜਾਣਦੇ ਕਿ ਇਹਦੇ ਨਾਲ ਹਾਦਸੇ ਵੀ ਹੁੰਦੇ ਆ, ਇਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਹੈ, ਪਰ ਕਿਸਾਨਾਂ ਦੀ ਮਜਬੂਰੀ ਬਣ ਜਾਂਦੀ ਆ। ਸਰਕਾਰ ਕੋਈ ਹੱਲ ਬਣਾ ਕਰੇ ਇਹਦਾ। ਉਹ ਮਨਰੇਗਾ ਦੇ ਵਿੱਚ ਮਜ਼ਦੂਰਾਂ ਨੂੰ ਕੰਮ ਦੇ ਕੇ ਪਰਾਲੀ ਨੂੰ ਇਕੱਠਾ ਕਰ ਸਕਦੇ ਨੇ, ਕੋਈ ਕਾਰਖਾਨੇ ਲਾ ਕੇ ਇਹਦੇ ਤੋਂ ਗਿੱਟੀਆਂ ਬਣਾ ਸਕਦੇ ਨੇ, ਇਹਦੇ ਤੋਂ ਹੋਰ ਹੈਂਡੀਕ੍ਰਾਫਟ ਦੀਆਂ ਚੀਜ਼ਾਂ ਬਣ ਸਕਦੀਆਂ, ਬਹੁਤ ਕੁਝ ਚੀਜ਼ਾਂ ਬਣ ਸਕਦੀਆਂ ਜੇ ਸਰਕਾਰ ਇਸ ਪਾਸੇ ਸੋਚਣਾ ਚਾਹਵੇ। ਸਰਕਾਰ ਕਿਉਂਕਿ ਇੱਕ ਠੋਸਣਾ ਚਾਹੁੰਦੀ ਕਿਸਾਨਾਂ ਦੇ ਉੱਤੇ, ਤਾਂ ਕਿਸਾਨ ਮਜਬੂਰ ਨੇ, ਉਹ ਅੱਗ ਹੀ ਲਾਉਣਗੇ। ਇਹ ਤਾਂ ਸਰਕਾਰ 'ਚ ਚਾਹੇ ਤਾਂ ਹੱਲ ਕਰ ਸਕਦੀ ਹੈ ਇਹਦਾ। ਜਿਸ ਤਰ੍ਹਾਂ ਦੇਖੋ ਕਿਸਾਨ ਆਗੂਆਂ ਦਾ ਕਹਿਣਾ ਹੈਗਾ, ਉਹਨਾਂ ਨੇ ਦੱਸਿਆ ਹੈਗਾ ਵੀ ਇਸ ਤੋਂ ਵੱਡੇ ਕਾਰਖਾਨੇ ਲਗਾ ਕੇ ਗਿੱਟੀਆਂ ਵਗੈਰਾ ਵੀ ਬਣਾਈਆਂ ਜਾ ਸਕਦੀਆਂ ਨੇਗੀਆਂ, ਔਰ ਮਨਰੇਗਾ ਦੇ ਲੋਕਾਂ ਨੂੰ ਵੀ ਕੰਮ ਮਿਲ ਸਕਦਾ ਹੈਗਾ। ਤੇ ਬਹੁਤ ਦਰਦ ਨੇ ਕਿਸਾਨਾਂ ਦੇ, ਬਹੁਤ ਦੁੱਖ ਨੇ। ਤੇ ਹੋਰ ਬਾਕੀ ਸਰਕਾਰਾਂ ਨੂੰ ਵੀ ਅਪੀਲ ਕਰਕੇ ਵੀ 2500 ਰੁਪਏ ਕਿੱਲੇ ਦਾ ਸਾਨੂੰ ਦਿੱਤਾ ਜਾਵੇ, ਮੁਆਵਜ਼ਾ ਦਿੱਤਾ ਜਾਵੇ ਜਾਂ ਸਬਸਿਡੀ ਦਿੱਤੀ ਜਾਵੇ, ਤਾਂ ਹੀ ਇਹਦਾ ਕੋਈ ਹੱਲ ਹੋ ਸਕਦਾ ਹੈ। ਪਰ ਅਸੀਂ ਇਸ ਕੇਂਦਰ ਸਰਕਾਰ ਦੇ ਫਰਮਾਨ ਤੋਂ ਡਰਨ ਵਾਲੇ ਨਹੀਂ ਹਾਂ ਅਸੀਂ, ਨਾ ਅਸੀਂ ਝੁਕਾਂਗੇ, ਔਰ ਇਸੇ ਤਰ੍ਹਾਂ ਹੀ ਅਸੀਂ ਇਸ ਪਰਾਲੀ ਨੂੰ ਅੱਗ ਲਾਉਂਦੇ ਰਹਾਂਗੇ। ਕੈਮਰਾਮੈਨ ਪਵਨ ਦੇ ਨਾਲ ਸੰਜੀਵ ਲੱਕੀ, D5 ਚੈਨਲ ਮਾਨਸਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।